Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਅਮਰੀਕਾ ਦੀਆਂ ਇਮੀਗ੍ਰੇਸ਼ਨ ਦੀਆਂ ਵੀਕਲੀ ਅਪਡੇਟਸ। ਹਰ ਹਫਤੇ ਆਪਾਂ ਜਿੱਥੇ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਹੁੰਦੀਆਂ ਨੇ ਘਟਨਾਵਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਜਾਂ ਇਮੀਗ੍ਰੇਸ਼ਨ ਦੇ ਸੰਬੰਧੀ ਖਬਰਾਂ ਬਾਰੇ ਗੱਲ ਕਰਦੇ ਹਾਂ, ਉਹਦੇ ਨਾਲ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੀਆਂ ਵੀਡੀਓਜ਼ ਬਹੁਤ ਜ਼ਿਆਦਾ ਲਾਈਕ ਕਰਦੇ ਹੋ, ਇਹਨੂੰ ਸ਼ੇਅਰ ਕਰਦੇ ਹੋ, ਸਬਸਕ੍ਰਾਈਬ ਕਰਦੇ ਹੋ ਤੇ ਇਸੇ ਤਰ੍ਹਾਂ ਹੀ ਇਹ ਕਰਦੇ ਰਹੋ। ਤੇ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਮੈਂ ਦੇਣ ਦੀ ਹਮੇਸ਼ਾ ਕੋਸ਼ਿਸ਼ ਕਰਦਾ। ਤੇ ਜਿਹੜੀ ਵੀਡੀਓ ਨਵੀਂ ਹੁੰਦੀ ਹੈ ਜਿਹੜੀ ਮੈਂ ਜਿਵੇਂ ਹੁਣ ਪਾ ਰਿਹਾ ਇਹਦੇ ਥੱਲੇ ਆਪਣੇ ਸਵਾਲਾਂ ਦੇ ਜਿਹੜੇ ਜਵਾਬ ਲਿਖ ਕੇ ਭੇਜੋ ਤਾਂ ਕਿ ਮੈਂ ਉਹਦਾ ਜਿਹੜਾ ਹੈਗਾ ਤੁਹਾਨੂੰ ਜਵਾਬ ਦੇ ਸਕਾਂ। ਤੇ ਨਿਊਯਾਰਕ ਦੇ ਵਿੱਚ ਸਾਡਾ ਜਿਹੜਾ ਆਫਿਸ ਆ ਉਹ ਬਹੁਤ ਸਾਲਾਂ ਤੋਂ ਜੈਕਸਨ ਹਾਈਟ ਸੀਗਾ, ਹੁਣ ਅਸੀਂ ਰਿਚਮੰਡ ਹਿੱਲ ਦੇ ਵਿੱਚ ਸ਼ਿਫਟ ਕੀਤਾ ਜਿੱਥੇ ਕਿ ਆਪਣੀ ਪੰਜਾਬੀ ਕਮਿਊਨਿਟੀ ਦਾ ਗੜ੍ਹ ਆ। ਉੱਥੇ ਮਤਲਬ ਕਾਫੀ ਵੱਡੀ ਹੁਣ ਸਾਡੇ ਕੋਲ ਬਿਲਡਿੰਗ ਆ, ਸਪੇਸ ਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਉੱਥੇ ਅਸੀਂ ਮੂਵ ਕੀਤਾ ਹੁਣ। ਤੇ ਉਹਦਾ ਜਿਹੜਾ ਐਡਰੈਸ ਹੈਗਾ ਉਹ ਤੁਹਾਨੂੰ ਅਸੀਂ ਉਹਦੀਆਂ ਫੋਟੋਆਂ ਵੀ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ, ਫਲੈਸ਼ ਕਰਾਂਗੇ ਤੇ ਉੱਥੇ ਤੁਸੀਂ ਆ ਸਕਦੇ ਹੋ। ਫ਼ੋਨ ਨੰਬਰ ਉਹੀ ਆ। ਬਾਕੀ ਜਿਹੜੇ ਦਫ਼ਤਰ ਨੇ ਆਪਣੇ, ਇੱਕ ਤਾਂ ਫਰੀਮਾਉਂਟ 'ਚ ਆ, ਇੱਕ ਹੈਗਾ ਫਰੈਜ਼ਨੋ ਕੈਲੀਫੋਰਨੀਆ 'ਚ, ਇੱਕ ਸੈਕਰਾਮੈਂਟੋ ਆ ਤੇ ਇਹਦੇ ਨਾਲ ਨਾਲ ਬਾਲਟੀਮੋਰ 'ਚ ਸਬ ਆਫਿਸ ਆ ਤੇ ਇੱਕ ਨਿਊ ਜਰਸੀ ਦੇ ਵਿੱਚ ਆਪਣਾ ਆਫਿਸ ਆ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਮੇਨ ਇਸ ਵੀਕ ਦੀਆਂ ਖਬਰਾਂ ਨੇ। ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀ ਰਿਮੇਨ ਇਨ ਮੈਕਸੀਕੋ ਜਿਹੜੀ ਪਾਲਿਸੀ ਆ ਉਹਦੀ, ਕਿਉਂਕਿ ਉਹਦੇ ਬਾਰੇ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਉਹ ਸਵਾਲ ਆ ਰਹੇ ਨੇ, ਕਾਫੀ ਲੋਕ ਚਿੰਤਤ ਨੇ। ਉਹ ਪਾਲਿਸੀ ਲਾਗੂ ਤਾਂ ਇਹਨਾਂ ਨੇ ਕੀਤੀ ਆ ਪਰ ਉਹਦੇ ਉੱਤੇ ਹੁਣ ਇੱਕ ਅਪੀਲ ਕੋਰਟ ਦਾ ਵੀ ਫੈਸਲਾ ਆਇਆ ਕਿ ਅਪੀਲ ਕੋਰਟ ਨੇ ਅਪਹੋਲਡ ਕੀਤਾ ਜਿਹੜਾ ਡਿਸਟ੍ਰਿਕਟ ਕੋਰਟ ਦਾ ਫੈਸਲਾ ਸੀਗਾ, ਉਹਨੂੰ ਕਿਹਾ ਵੀ ਇਹ ਲਾਗੂ ਹੋਣਾ ਚਾਹੀਦਾ। ਫੈਡਰਲ ਅਪੀਲ ਕੋਰਟ ਔਨ ਮੰਡੇ ਨਾਈਟ upheld a lower court order that required the US to reinstate the so-called Remain in Mexico program along the southern border, agreeing with the ruling from US District Judge Matthew Kacsmaryk. A three-judge panel of the Fifth Circuit Court of Appeal said Biden administration's decision to terminate the policy earlier this year violated the legal administrative procedures and federal immigration law. ਤੇ ਇਹ ਜਿਹੜੀ ਇੱਕ ਡਿਸਟ੍ਰਿਕਟ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਉਹ ਮਤਲਬ ਪਿਛਲੀ ਸਰਕਾਰ ਨੇ ਪਾਲਿਸੀ ਬਣਾਈ ਸੀ ਰਿਮੇਨ ਇਨ ਮੈਕਸੀਕੋ ਤੇ ਜਿਹੜੀਆਂ MPP ਅਗਰੀਮੈਂਟ ਸੀਗੀਆਂ ਉਹਨੂੰ ਰੀਇਨਸਟੇਟ ਕਰੋ, ਕਿਉਂਕਿ ਇਹ ਸਰਕਾਰ ਨੇ ਉਹ ਖਤਮ ਕਰਤੀ ਸੀਗੀ ਪਾਲਿਸੀ ਤੇ ਇਹਨਾਂ ਨੇ ਅੱਗੇ ਅਪੀਲ ਕੀਤੀ। ਪਰ ਜਿਹੜੀ ਹੁਣ ਅਪੀਲ ਕੋਰਟ ਹੈਗੀ ਆ, ਫਿਫਥ ਸਰਕਟ ਕੋਰਟ ਆਫ ਅਪੀਲ, ਉਹਨੇ ਵੀ ਕਿਹਾ ਕਿ ਉਹ ਫੈਸਲਾ ਡਿਸਟ੍ਰਿਕਟ ਕੋਰਟ ਦਾ ਸਹੀ ਆ ਤੇ ਇਹ ਜਿਹੜੀ ਪਾਲਿਸੀ ਆ ਲਾਗੂ ਹੋਣੀ ਚਾਹੀਦੀ ਆ, ਕਿਉਂਕਿ ਜਿਹੜਾ ਇਹਨੂੰ ਖਤਮ ਕੀਤਾ ਗਿਆ ਉਹ ਕਹਿੰਦੇ ਆ ਕਿ ਲੀਗਲ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਜਿਹੜੇ ਪ੍ਰੋਪਰ ਫੋਲੋ ਨਹੀਂ ਕੀਤੇ ਗਏ ਤੇ ਇਸ ਕਰਕੇ ਇਹ ਪਾਲਿਸੀ ਜਿਹੜੀ ਆ ਇਹ ਜਾਰੀ ਰਹਿਣੀ ਚਾਹੀਦੀ ਆ। ਹੁਣ ਸਰਕਾਰ ਨੇ ਇਹ ਪਾਲਿਸੀ ਤਾਂ ਜਿਹੜੀ ਪਹਿਲਾਂ ਹੀ ਰੀਇਨਸਟੇਟ ਕਰ ਦਿੱਤੀ ਆ ਤੇ ਇਹਦੇ ਅਧੀਨ ਇਹ ਆ ਕਿ ਜਿਹੜੇ ਬੰਦੇ ਸਦਰਨ ਬਾਰਡਰ ਤੋਂ ਆਉਣਗੇ ਉਹਨਾਂ ਦਾ ਜਿਹੜਾ ਹੈਗਾ ਰਿਕੁਆਇਰਮੈਂਟ ਹੋਊਗੀ ਵੀ ਕੇਸ ਮੈਕਸੀਕੋ 'ਚ ਰਹਿ ਕੇ ਲੜੋ। ਪਰ ਇਹਦੇ ਵਿੱਚ ਇਸ ਤਰ੍ਹਾਂ ਆ ਕਿ ਜਿਹੜੀ ਪਿਛਲੀ ਸਰਕਾਰ ਜਿਹੜੀ ਸੀ ਪਹਿਲੀ, ਉਹਨੇ ਜਦੋਂ ਇੰਪਲੀਮੈਂਟ ਕੀਤੀ ਸੀ ਇਹ, ਉਦੋਂ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਬੰਦੇ ਸਪੈਨਿਸ਼ ਬੋਲਦੇ ਆ, ਜਿਹੜੇ ਕਿ ਸਪੈਨਿਸ਼ ਕੰਟਰੀਜ਼ ਤੋਂ ਆਉਂਦੇ, ਜਿਹੜੇ ਸਪੈਨਿਸ਼ ਸਪੀਕਿੰਗ ਲੋਕ ਨੇ, ਉਹੀ ਮੈਕਸੀਕੋ ਦੇ ਵਿੱਚ ਰਹਿ ਕੇ ਕੇਸ ਲੜਨ। ਜਿਹੜੇ ਨਾਨ ਸਪੈਨਿਸ਼ ਨੇ, ਜਿਵੇਂ ਆਪਣੇ ਲੋਕ ਪੰਜਾਬੀ ਬੋਲਦੇ ਆ ਜਾਂ ਕੋਈ ਹਿੰਦੀ ਬੋਲਦੇ ਆ, ਇਹ ਉੱਥੇ ਰਹਿਣ ਦੀ ਲੋੜ ਨਹੀਂ, ਅਮਰੀਕਾ ਜਾ ਕੇ ਆਪਣਾ ਕੇਸ ਲੜ ਸਕਦੇ ਆ। ਹੁਣ ਇਹ ਸਰਕਾਰ ਇਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਦੀ ਹੈ ਦੇਖਣ ਵਾਲੀ ਗੱਲ ਹੈ, ਸਮਾਂ ਦੱਸੇਗਾ। ਤੇ ਜੇ ਤਾਂ ਇਹਨਾਂ ਨੇ ਇਹੀ ਰੱਖਿਆ ਵੀ ਜਿਹੜੇ ਸਪੈਨਿਸ਼ ਬੋਲਣ ਵਾਲੇ ਬੰਦੇ ਨੇ, ਫਿਰ ਆਪਣੇ ਜਿਹੜੇ ਬੰਦੇ ਸਦਰਨ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਉਹ ਅਮਰੀਕਾ ਦੇ ਵਿੱਚ ਜਿਵੇਂ ਪਹਿਲਾਂ ਆ ਰਹੇ ਆ ਉਸ ਤਰ੍ਹਾਂ ਹੀ ਆ ਸਕਣਗੇ। ਇਹ ਹੁਣ ਥੋੜ੍ਹਾ ਸਮਾਂ ਲੱਗੇਗਾ, ਫਿਰ ਪਤਾ ਲੱਗੇਗਾ। ਉੱਦਾਂ ਅਸੀਂ ਸਾਰਿਆਂ ਨੂੰ ਇਹ ਰਾਏ ਦਿੰਦੇ ਹਾਂ ਵੀ ਇਹ ਤਰੀਕੇ ਨਾਲ ਨਾ ਆਓ, ਇਹ ਤਰੀਕਾ ਗਲਤ ਆ, ਕਿਉਂਕਿ ਜਿੱਥੇ ਤੁਹਾਡੀ ਜਾਨ ਨੂੰ ਵੀ ਖਤਰਾ ਉੱਥੇ ਇਹਦੇ 'ਚ ਕੋਈ ਜਿਹੜੀ ਪੱਕੀ ਗਰੰਟੀ ਨਹੀਂ ਹੁੰਦੀ ਕਿ ਤੁਹਾਨੂੰ ਇੱਥੇ ਐਂਟਰੀ ਮਿਲੀ ਜਾਣੀ ਆ। ਤੇ ਇਸ ਕਰਕੇ ਇਹ ਤਰੀਕੇ ਨਾਲ ਅਮਰੀਕਾ ਦੇ ਵਿੱਚ ਨਹੀਂ ਆਉਣਾ ਚਾਹੀਦਾ। ਪਰ ਕਿਉਂਕਿ ਕਾਫੀ ਲੋਕਾਂ ਨੇ ਮੈਨੂੰ ਇਹਦੇ ਬਾਰੇ ਜਿਹੜੇ ਹੈਗੇ ਆ ਉਹ ਸਵਾਲ ਵੀ ਪੁੱਛੇ ਆ, ਪਲੱਸ ਇਨਕੁਆਇਰੀਜ਼ ਆ ਰਹੀਆਂ ਨੇ, ਤਾਂ ਮੈਂ ਇਹਦੇ ਬਾਰੇ ਜਿਹੜੀ ਪੋਜੀਸ਼ਨ ਕਲੀਅਰ ਕਰਦਾ ਕਿ ਇਹ ਪਾਲਿਸੀ ਜਿਹੜੀ ਹੈ ਸਰਕਾਰ ਨੇ ਲਾਗੂ ਕਰਤੀ ਆ। ਜਿਹੜਾ ਕੋਰਟ ਦੇ ਵਿੱਚ ਕੇਸ ਕੀਤਾ ਸੀ ਉਹ ਵੀ ਸਰਕਾਰ ਦੇ ਉਲਟ ਹੋ ਗਿਆ ਤੇ ਕੋਰਟ ਜਿਹੜੀ ਅਪੀਲ ਕੋਰਟ ਨੇ ਵੀ ਕਿਹਾ ਵੀ ਇਹ ਪਾਲਿਸੀ ਲਾਗੂ ਹੋਣੀ ਚਾਹੀਦੀ ਆ। ਤੇ ਹੁਣ ਜਿਵੇਂ ਹੁਣ ਲਾਗੂ ਹੋਏਗੀ, ਹੁਣ ਪਤਾ ਲੱਗੇਗਾ ਕਿ ਕੀ ਇਹ ਜਿਹੜੇ ਸਪੈਨਿਸ਼ ਸਪੀਕਿੰਗ ਲੋਕ ਉਹਨਾਂ 'ਤੇ ਲਾਗੂ ਹੁੰਦੀ ਕਿ ਸਾਰਿਆਂ 'ਤੇ ਹੁੰਦੀ ਆ। ਅਗਲੀ ਜਿਹੜੀ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਸੁਪਰੀਮ ਕੋਰਟ ਨੇ ਇੱਕ ਚੈਲੰਜ ਸੀਗਾ ਨਿਊਯਾਰਕ ਦਾ ਕਿ ਉਹਨਾਂ ਨੇ, ਸਰਕਾਰ ਨੇ ਕਿਹਾ ਸੀ ਵੀ ਸਾਰੇ ਬੰਦੇ ਟੀਕੇ ਲਵਾਉਣ ਤੇ ਉਹਨਾਂ ਨੇ ਮਤਲਬ ਕੇਸ ਕੀਤਾ ਗਈਆਂ ਨੇ ਕਿ ਸਾਡੇ ਰਿਲੀਜੀਅਸ ਜਿਹੜੇ ਰਾਈਟਸ ਨੇ ਜਾਂ ਸਾਡੇ ਜਿਹੜੇ ਸੋਸ਼ਲ ਰਾਈਟਸ ਨੇ ਉਹਨਾਂ ਦੀ ਵਾਇਲੇਸ਼ਨ ਹੈ
कि सानू जिहड़ी सरकार नहीं कह सकती कि सारे जिहड़े हैगे आ वो वैक्सीन लवाउण जां टीके लवाउण, पर वो हुण सुप्रीम कोर्ट ने उन्हां दा केस खारिज करता। उन्होंने कहा कि ये सरकार जिहड़ी हैगी आ वो लोकां दी ज़्यादा जिथे भलाई होवे उहदे वास्ते मैंडेट जारी मतलब कर सकदी आ। द सुप्रीम कोर्ट ऑन मंडे रिफ्यूज़ टू ब्लॉक न्यूयॉर्क रेगूलेशन दैट रिक्वायर्ड हैल्थ केयर वर्करस टू गैट वैक्सीनेशनस। सो जिहड़े हैल्थ केयर वर्कर ने हैल्थ केयर सिस्टम च काम करते हैं जिवें डॉक्टर हो गए नर्सां हो गईयां, उन्होंने कहा सी भी सानू साडा जिहड़ा धर्म हैगा जिन्हों फॉलो करते होणगे भी वो नहीं अलाउ करता इदां दे जिहड़े हैगे टीके लवाउणे, ते वो कोर्ट ने कहा भी नहीं जिहड़ा रूल हैगा भी वो सारिਆਂ ਨੂੰ ਲਵਾਉਣੇ ਚਾਹੀਦੇ ਆ, ਲਵਾਉਣੇ ਪੈਣਗੇ। ਤੇ ਇਸ ਤੋਂ ਇਲਾਵਾ ਜਿਹੜਾ ਹੁਣ ਹੋਰ ਇੱਕ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਬੜਾ ਇੰਪੋਰਟੈਂਟ, ਉਹ ਆਉਣ ਜਾ ਰਿਹਾ ਹੈਗਾ ਜਿਹੜੇ ਅਬੋਰਸ਼ਨ ਰਾਈਟਸ ਨੇ ਉਹਨਾਂ 'ਤੇ। ਉਹਦੇ ਵਾਸਤੇ ਜਿਹੜਾ ਚੈਲੰਜ ਕੀਤਾ ਹੋਇਆ ਕੋਰਟ ਦੇ ਵਿੱਚ ਕਈ ਗਰੁੱਪਾਂ ਨੇ, ਤੇ ਜਿਹੜੇ 2 ਲਾਅ ਜਿਹੜੇ ਖਾਸ ਕਰਕੇ ਟੈਕਸਸ ਦਾ ਤੇ ਮਿਸੀਸਿਪੀ ਦਾ ਬਹੁਤ ਜ਼ਿਆਦਾ ਇਹਦੇ ਬਾਰੇ ਸਟ੍ਰਿਕਟ ਨੇ, ਤੇ ਉਹ ਦੇਖਦੇ ਆ ਵੀ ਕੋਰਟ ਇਹਦੇ ਵਿੱਚ ਕੀ ਫੈਸਲਾ ਕਰੇਗੀ, ਜੋ ਕਿ ਬੜਾ ਉੱਤੇ ਨਿਗਾਹ ਲੱਗੀਆਂ ਨੇ ਸਾਰਿਆਂ ਦੀਆਂ। ਅਗਲਾ ਕੇਸ ਜਿਹੜਾ ਸੁਪਰੀਮ ਕੋਰਟ ਨੇ ਓਰਲ ਆਰਗੂਮੈਂਟ ਹੀਅਰ ਕੀਤੀ ਉਹ ਇਮੀਗ੍ਰੇਸ਼ਨ ਦਾ ਕੇਸ ਆ। ਸੁਪਰੀਮ ਕੋਰਟ ਹਰਡ ਓਰਲ ਆਰਗੂਮੈਂਟਸ ਔਨ ਮੰਡੇ ਇਨ ਅ ਕੇਸ ਦੈਟ ਰੇਜ਼ਸ ਅ ਕ੍ਰਿਟੀਕਲ ਕੁਐਸਚਨ ਆਫ ਵੈਦਰ ਅ ਫੈਡਰਲ ਕੋਰਟ ਕੈਨ ਰਿਵਿਊ a non-citizen's eligibility for certain types of discretionary immigration relief or whether that decision rests on sole determination of a government agency officer। ਇਹ ਕੇਸ ਹੈਗਾ ਜੀ ਪਟੇਲ ਵਰਸਸ ਗਾਰਲੈਂਡ। ਇਹ ਕੇਸ ਦੇ ਵਿੱਚ ਇਹ ਹੈਗਾ ਕਿ ਪੰਕਜ ਕੁਮਾਰ ਪਟੇਲ ਜੋ ਕਿ ਇੰਡੀਆ ਦਾ ਰਹਿਣ ਵਾਲਾ ਸੀਗਾ, ਉਹਨੇ ਜਿਹੜਾ ਜਦੋਂ ਡਰਾਈਵਰਸ ਲਾਇਸੈਂਸ ਲਿਆ ਆਪਣੀ ਸਟੇਟ ਦਾ ਜਾਰਜੀਆ ਦਾ, ਉੱਥੇ ਉਹਨੇ ਇਹ ਟਿਕ ਕਰਤਾ ਵੀ ਉਹ ਸਿਟੀਜ਼ਨ ਹੈ, ਤੇ ਉਹ ਜਿਹੜੀ ਮਿਸਟੇਕ ਸੀਗੀ ਉਹ ਬਹੁਤ ਦੇਰ ਤੱਕ ਉਹਦੇ ਰਹੀ ਲਾਇਸੈਂਸ ਦੇ ਉੱਤੇ, ਤੇ ਉਹਨੇ ਉਹਦੇ ਕਰਕੇ ਉਹ ਗ੍ਰੀਨ ਕਾਰਡ ਵੀ ਨਹੀਂ ਲੈ ਸਕਿਆ, ਕਿਉਂਕਿ ਉਹਨਾਂ ਨੇ ਕਿਹਾ ਵੀ ਤੂੰ ਝੂਠ ਬੋਲਿਆ, ਇੱਕ ਸਰਕਾਰੀ ਏਜੰਸੀ ਕੋਲ ਕੋਈ ਸਿਟੀਜ਼ਨ ਨਹੀਂ ਆ। ਤੇ ਉਹ ਫਿਰ ਜਿਹੜਾ ਕੇਸ ਹੈਗਾ ਕੋਰਟ ਚੱਲਦਾ ਹੁਣ ਉਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਕਰਨਾ ਕਿ ਇਹ ਬੰਦੇ ਨੇ ਆਪਣਾ ਐਡਜਸਟਮੈਂਟ ਆਫ ਸਟੇਟਸ ਫਾਈਲ ਕੀਤਾ ਸੀ, ਇਹਨੂੰ ਤਕਰੀਬਨ 15 ਸਾਲ ਹੋ ਗਏ ਅਮਰੀਕਾ 'ਚ ਰਹਿੰਦੇ ਨੂੰ ਆਪਣੇ ਇੰਪਲੋਇਰ ਦੀ ਬੇਸ 'ਤੇ, ਤੇ ਇਮੀਗ੍ਰੇਸ਼ਨ ਕੋਰਟ ਨੇ ਕਿਹਾ ਵੀ ਇਨਐਲੀਜੀਬਲ ਹੈਗਾ ਕਿਉਂਕਿ ਗੌਰਮੈਂਟ ਨੇ ਕਿਹਾ ਕਿ ਇਹਨੇ ਮਿਸਰੈਪਰੈਜ਼ੈਂਟ ਕੀਤਾ ਆਪਣੇ ਆਪ ਨੂੰ, ਇਹਨੇ ਕਿਹਾ ਮੈਂ ਸਿਟੀਜ਼ਨ ਹਾਂ ਜਦੋਂ ਕਿ ਸਿਟੀਜ਼ਨ ਹੈ ਨਹੀਂ। ਉਹ ਕਹਿੰਦਾ ਮੇਰੇ ਤੋਂ ਗਲਤੀ ਨਾਲ ਉਹ ਬਾਕਸ ਚੈੱਕ ਹੋ ਗਿਆ, ਤੇ ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ, ਤੇ ਮੈਂ ਇਹਦੇ ਬਾਰੇ ਜਿਹੜਾ ਹੈਗਾ ਅਪੋਲੋਜਾਈਜ਼ ਕਰਦਾ। ਤੇ ਪਰ ਇਮੀਗ੍ਰੇਸ਼ਨ ਜੱਜ ਨਹੀਂ ਮੰਨੇ, ਉਹਨਾਂ ਨੇ ਕਿਹਾ ਵੀ ਇਹ ਤੂੰ ਮਿਸਰੈਪਰੈਜ਼ੈਂਟ ਕੀਤਾ। ਉਹਨੇ ਫਿਰ ਅਪੀਲ ਕੀਤੀ, ਅਪੀਲ ਦੇ ਵਿੱਚ ਵੀ ਉਹਦੇ ਖਿਲਾਫ ਹੋ ਗਿਆ, ਤੇ ਹੁਣ ਸੁਪਰੀਮ ਕੋਰਟ ਕੋਲ ਕੇਸ ਗਿਆ, ਤੇ ਹੁਣ ਸੁਪਰੀਮ ਕੋਰਟ ਜਿਹੜੀ ਆ ਉਹਨੇ ਇਹ ਦੇਖਣਾ ਕਿ ਕੀ ਇਹ ਰਿਲੀਫ ਇਹਨੂੰ ਮਿਲਦੀ ਆ, ਤੇ ਕੀ ਇਹਨੂੰ ਜਿਹੜਾ ਹੈਗਾ ਡਿਪੋਰਟ ਕੀਤਾ ਜਾ ਸਕਦਾ, ਰਿਮੂਵੇਬਲ ਹੈ ਕਿ ਨਹੀਂ ਆ। ਤੇ 2 ਕੁਐਸਚਨ ਉਹਨਾਂ ਨੇ ਇਹਦੇ 'ਤੇ ਫੈਸਲਾ ਕਰਨਾ। ਪਹਿਲਾ ਕਿ ਵੈਦਰ ਦਾ ਨਾਨ ਸਿਟੀਜ਼ਨ ਇਜ਼ ਐਲੀਜੀਬਲ ਫॉर ਰਿਲੀਫ, ਕਿ ਕੀ ਇਹਨੂੰ ਜਿਹੜਾ ਐਡਜਸਟਮੈਂਟ ਆਫ ਸਟੇਟਸ ਗ੍ਰੀਨ ਕਾਰਡ ਮਿਲਣਾ ਚਾਹੀਦਾ, ਭਾਵੇਂ ਇਹਨੇ ਗਲਤੀ ਨਾਲ ਜਾਂ ਜਿਵੇਂ ਵੀ ਆ ਉਹ ਡਰਾਈਵਰ ਲਾਇਸੈਂਸ ਲੈਣ ਵੇਲੇ ਕਿਹਾ ਮੈਂ ਸਿਟੀਜ਼ਨ ਹਾਂ ਜੋ ਕਿ ਉਹ ਨਹੀਂ ਸੀ ਸਿਟੀਜ਼ਨ, ਵੀ ਕੀ ਇਹ ਐਡਾ ਵੱਡਾ ਕ੍ਰਾਈਮ ਹੈ ਜਾਂ ਐਡੀ ਵੱਡੀ ਗਲਤੀ ਹੈ ਕਿ ਇਹਨੂੰ ਗ੍ਰੀਨ ਕਾਰਡ ਨਹੀਂ ਮਿਲੂਗਾ। ਦੂਸਰਾ ਕਿ ਜਿਹੜੀ ਰਿਲੀਫ ਹੈਗੀ ਆ ਉਹ ਕੋਰਟ ਦੇ ਸਕਦੀ ਹੈ ਕਿ ਨਹੀਂ, ਉਹਦੇ ਕੋਲ ਜੁਰਿਸਡਿਕਸ਼ਨ ਵੀ ਹੈਗੀ ਆ ਪਾਵਰ ਰਿਲੀਫ ਦੇਣ ਦੀ। ਤੇ ਜਿਹੜੀ ਇਮੀਗ੍ਰੇਸ਼ਨ ਕੋਰਟ ਸੀ ਥੱਲੇ ਉਹਨੇ ਕਿਹਾ ਵੀ ਪਟੇਲ ਇਨਐਲੀਜੀਬਲ ਹੈਗਾ ਇਸ ਰਿਲੀਫ ਲਈ, ਕਿ ਉਹਨੂੰ ਨਹੀਂ ਰਿਲੀਫ ਮਿਲ ਸਕਦੀ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਦਾ ਲਾ ਆ ਉਹ ਇਹ ਕਹਿੰਦਾ ਵੀ ਜਿਹੜੇ ਜੱਜ ਨੇ ਉਹਨਾਂ ਕੋਲ ਸਿਰਫ ਜਿਹੜੀ ਹੈਗੀ ਡਿਸਕ੍ਰੈਸ਼ਨਰੀ ਪਾਵਰ ਹੈਗੀ ਆ ਗ੍ਰਾਂਟ ਕਰਨ ਦੀ, ਤੇ ਉਹਨਾਂ ਕੋਲ ਕੋਈ ਇਸ ਕਿਸਮ ਦੀ ਜਿਹੜੀ ਬੰਦਿਸ਼ ਨਹੀਂ ਹੈਗੀ ਕਿ ਉਹਨਾਂ ਨੂੰ ਰਿਲੀਫ ਦੇਣੀ ਹੀ ਪੈਣੀ ਹੈ। ਰਿਲੀਫ ਤੋਂ ਮਤਲਬ ਹੈ ਵੀ ਗ੍ਰੀਨ ਕਾਰਡ ਹੋਲਡਰ ਨੂੰ ਬਣਾਉਣਾ ਹੀ ਪੈਣਾ, ਇਹ ਉਹ ਕਹਿੰਦੇ ਵੀ ਕੋਈ ਜ਼ਰੂਰੀ ਨਹੀਂ। ਪਰ ਸੁਪਰੀਮ ਕੋਰਟ ਫੈਸਲਾ ਕਰੂਗੀ ਇਸ ਗੱਲ ਦਾ ਕਿ ਕੀ ਜਿਹੜੀ ਉਹ ਪਾਵਰ ਡਿਸਕ੍ਰੈਸ਼ਨਰੀ ਆ ਕਿ ਉਹਨੂੰ ਜਿਹੜੀ ਕੋਰਟ ਹੈਗੀ ਉਹ ਐਕਸਰਸਾਈਜ਼ ਕਰ ਸਕਦੀ ਆ। ਤੇ ਇਹ ਬੜਾ ਇੰਪੋਰਟੈਂਟ ਕੇਸ ਆ ਜੋ ਕਿ ਇਸ ਕਿਸਮ ਦੇ ਜਿਹੜੀਆਂ ਛੋਟੀਆਂ ਮੋਟੀਆਂ ਗਲਤੀਆਂ ਹੁੰਦੀਆਂ ਗ੍ਰੀਨ ਕਾਰਡ ਦੀ ਐਪਲੀਕੇਸ਼ਨ 'ਚ, ਉਹਨਾਂ ਨੂੰ ਜੇ ਗੌਰਮੈਂਟ ਬਹੁਤ ਜ਼ਿਆਦਾ ਪਰਸਿਊ ਕਰੇ ਤੇ ਉਹਨਾਂ ਕੇਸਾਂ ਦੇ ਵਿੱਚ ਇਹ ਕੀ ਇਹਦੀ ਜਿਹੜੀ ਹੈਗੀ ਆ ਕੋਟਾ ਉਹ ਕਿੰਨਾ ਕੁ ਇੰਟਰਫੀਅਰ ਕਰ ਸਕਦੀਆਂ ਇਹਦੇ ਬਾਰੇ ਆ। ਤਾਂ ਹੁਣ ਦੇਖਦੇ ਹਾਂ ਕੀ ਇਹਦੇ ਬਾਰੇ ਜਿਹੜਾ ਅੱਗੇ ਚੱਲ ਕੇ ਡਿਸੀਜਨ ਆਉਂਦਾ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਉਹ ਪੋਲੀਟੀਕਲ ਅਸਾਈਲਮ ਦੇ ਕੇਸਾਂ ਬਾਰੇ ਆ ਕਿ ਪੋਲੀਟੀਕਲ ਅਸਾਈਲਮ ਦੇ ਜਿਹੜੇ ਕੇਸ ਨੇ ਉਹ ਅੱਜ ਕੱਲ੍ਹ ਪਾਸ ਹੋ ਰਹੇ ਨੇ। ਸਾਡੀਆਂ ਆ ਪਿਛਲੇ ਹਫ਼ਤੇ ਦੇ ਵਿੱਚ 5 ਡੇਟਾਂ ਸੀ, 3 ਨਿਊਯਾਰਕ ਤੇ 2 ਕੈਲੀਫੋਰਨੀਆ 'ਚ, ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ 5 ਕੇਸ ਪਾਸ ਹੋਏ ਆ। ਨਿਊਯਾਰਕ ਵੀ ਹੋਇਆ, ਇੱਥੇ ਵੀ ਹੋਏ ਆ। ਸੋ ਕੇਸ ਜਿਹੜੇ ਨੇ ਉਹ ਅੱਜ ਕੱਲ੍ਹ ਪਾਸ ਹੋ ਰਹੇ ਨੇ, ਪਰ ਇਮੀਗ੍ਰੇਸ਼ਨ ਜੱਜ ਲੈਵਲ 'ਤੇ ਹੋ ਰਹੇ ਆ। ਅਸਾਈਲਮ ਆਫਿਸ ਤੋਂ ਜ਼ਿਆਦਾ ਕੇਸ ਜਿਹੜੇ ਆ ਉਹ ਰੈਫਰ ਹੀ ਹੁੰਦੇ ਆ।
ਤੇ 2 ਫੈਮਲੀਆਂ ਜਿਹੜੀਆਂ ਹੈਗੀਆਂ ਉਹ ਜੇਲ੍ਹ 'ਚੋਂ ਆਈਆਂ। ਟੈਕਸਸ 'ਚੋਂ ਉਹਨਾਂ ਨੂੰ ਉਹਨਾਂ ਨੇ 72 ਘੰਟੇ ਦੇ ਵਿੱਚ ਰਿਲੀਜ਼ ਕਰਤਾ। ਤੇ ਉਹਨਾਂ ਦੇ ਕੋਲ ਪਰ ਇਹ ਸੀ ਵੀ ਹਸਬੈਂਡ ਵਾਈਫ ਤੇ ਬੱਚੇ ਸੀਗੇ ਛੋਟੇ, ਤੇ ਉਹਨਾਂ ਦੇ ਕੋਈ ਜਿਹੜੇ ਕ੍ਰੈਡੀਬਲ ਫੀਅਰ ਇੰਟਰਵਿਊ ਦਾ ਸਵਾਲ ਜਵਾਬ ਹੈ ਉਹ ਵੀ ਨਹੀਂ ਹੋਏ। ਸੋ ਇਹ ਜਿਹੜੀ ਹੈਗੀ ਆ ਲੇਟੈਸਟ ਗੱਲ ਹੈ। ਇਹਦੇ ਨਾਲ ਇੱਕ ਹੋਰ ਬੜੀ ਇੰਪੋਰਟੈਂਟ ਇੰਟਰਸਟਿੰਗ ਖਬਰ ਆ, ਉਹ ਇਹ ਹੈਗੀ ਆ ਕਿ ਜਿਹੜੀ ਅਮਰੀਕਾ ਦੇ ਵਿੱਚ ਇੱਕ FDA ਨੇ ਦਵਾਈ ਅਪਰੂਵ ਕੀਤੀ ਆ ਜਿਹੜੀ ਕਿ ਆਈ ਡਰੋਪਸ ਨੇ। ਤੇ ਉਹ ਦਵਾਈ ਜਿਹੜੀ ਹੈਗੀ ਆ ਉਹ ਕਹਿੰਦੇ ਪਾਉਣ ਦੇ ਨਾਲ ਜਿਹੜੀ ਨਿਗਾਹ ਦੀ ਕਮੀ ਹੈ, ਜਿਵੇਂ ਕਈ ਲੋਕਾਂ ਨੂੰ ਪੜ੍ਹਨ ਦੇ ਵਿੱਚ ਜਿਹੜੀ ਉਹਨਾਂ ਦੀ ਨੇੜੇ ਦੀ ਨਿਗਾਹ ਕਮਜ਼ੋਰ ਹੁੰਦੀ ਆ ਉਹ ਠੀਕ ਹੋ ਜਾਂਦੀ ਆ। ਸੋ ਇਹ ਬੜੀ ਬਹੁਤ ਹੀ ਵੱਡੀ ਯਾਨੀ ਕਿ ਬ੍ਰੇਕ ਥਰੂ ਹੋਊਗੀ ਕਿ ਇੱਕ ਅੱਖਾਂ 'ਚ ਦਵਾਈ ਪਾਉਣ ਨਾਲ ਹੀ ਜਿਹੜੀਆਂ ਰੀਡਿੰਗ ਗਲਾਸਿਸ ਨੇ ਉਹਨਾਂ ਦੀ ਲੋੜ ਨਹੀਂ ਪੈਣੀ। ਤੇ ਇਹ ਇੱਕ ਲੇਕਿਨ ਇਹ ਜਿਹੜੀ ਦਵਾਈ ਹੈਗੀ ਆ ਇਹ ਓਵਰ ਦਾ ਮਤਲਬ ਜਿਹੜੀ ਹੁੰਦੀ ਹੈ ਇੰਸ਼ੋਰੈਂਸ ਵਗੈਰਾ ਉਹ ਇਹਨੂੰ ਕਵਰ ਨਹੀਂ ਕਰੇਗੀ। ਪਰ ਇਹ FDA ਨੇ ਕਿਹਾ ਵੀ ਇਹ ਸੇਫ ਹੈ ਦਵਾਈ, ਤੇ ਇਹਨੂੰ ਤਕਰੀਬਨ 30 ਦਿਨ ਦੀ ਸਪਲਾਈ ਜਿਹੜੀ ਆ $80 ਦੀ ਹੋਏਗੀ। ਤੇ 40 ਤੋਂ ਲੈ ਕੇ 55 ਸਾਲ ਦੀ ਉਮਰ ਤੱਕ ਦੇ ਬੰਦਿਆਂ ਨੂੰ ਇਹਦਾ ਕਾਫੀ ਫਾਇਦਾ ਹੋਏਗਾ, ਜਿਨ੍ਹਾਂ ਨੂੰ ਕਿ ਰੀਡਿੰਗ ਗਲਾਸਿਸ ਚਾਹੀਦੀਆਂ, ਜਿਹੜੇ ਪੜ੍ਹਨ ਵੇਲੇ ਜਿਨ੍ਹਾਂ ਦੀ ਜਿਹੜੀ ਨੇੜੇ ਦੀ ਨਿਗਾਹ ਹੁੰਦੀ ਉਹ ਕਮਜ਼ੋਰ ਆ। ਉਹ ਇਹ ਕਹਿੰਦੇ ਨੇ ਵੀ ਆਈ ਡਰੋਪ ਪਾਉਣ ਦੇ ਨਾਲ ਉਹ ਨਿਗਾਹ ਜਿਹੜੀ ਆ ਉਹ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਹੈ। ਸੋ ਜਦੋਂ ਇਹ ਆਏਗੀ ਮਾਰਕੀਟ ਦੇ ਵਿੱਚ ਤੇ ਉਸ ਟਾਈਮ ਤੇ ਯੂਜ਼ ਕਰਕੇ ਪਤਾ ਲੱਗੇਗਾ ਲੋਕਾਂ ਨੂੰ ਵੀ ਕਿੱਦਾਂ ਦੀ ਆ। ਪਰ ਇਹ FDA ਨੇ ਜਿਹੜੀ ਕਿ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਆ ਉਹ ਜਦੋਂ ਅਪਰੂਵ ਕਰਦੀ ਆ ਤਾਂ ਉਹ ਸਾਰੇ ਸੇਫਟੀ ਦੇ ਸਟੈਂਡਰਡ ਦਾ ਖਿਆਲ ਰੱਖ ਕੇ ਕਰਦੀ ਆ। ਸੋ ਇਹ ਬੜੀ ਇੰਪੋਰਟੈਂਟ ਇੱਕ ਬ੍ਰੇਕ ਥਰੂ ਆ। ਇਹਦੇ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ NTA ਇਸ਼ੂ ਹੋਣੇ ਸ਼ੁਰੂ ਹੋ ਗਏ ਨੇ। ਜਿਵੇਂ ਆਪਾਂ ਆਪਣੀ ਪਿਛਲੀ ਵੀਡੀਓ ਦੌਰਾਨ ਦੱਸਿਆ ਸੀ ਕਿ ਜਿਹੜੇ ਨੋਟਿਸ ਟੂ ਅਪੀਅਰ ਨੇ ਉਹ ਹੁਣ ਜਦੋਂ ਆਈਸ ਕਿਸੇ ਨੂੰ ਹੁਣ ਛੱਡਦੀ ਆ ਤਾਂ ਉਹ ਕੋਰਟ ਦੀ ਡੇਟ ਦੇ ਦਿੰਦੇ ਨੇ ਨਾਲ ਹੀ। ਉਹ ਡੇਟ ਤਾਂ ਕਈ ਵਾਰੀ ਅੱਗੇ ਪਿੱਛੇ ਵੀ ਹੋ ਜਾਂਦੀ। ਸਾਡੇ 2 ਬੰਦੇ ਛੁੱਟ ਕੇ ਇਹਨੂੰ ਡੇਟਾਂ ਦਿੱਤੀਆਂ ਪਰ ਉਹ ਡੇਟਾਂ ਅੱਗੇ ਹੋ ਗਈਆਂ, ਪਰ ਉਹ ਡੇਟ ਦੇ ਕੇ ਭੇਜਦੇ ਆ। ਹੁਣ ਅੱਗੇ ਵਾਂਗੂ ਨਹੀਂ ਕਿ NTA ਮੇਲ 'ਚ ਆਊਗਾ ਤੇ ਉਹ ਮੇਲ 'ਚ ਪਤਾ ਨਹੀਂ ਕਦੋਂ ਆਉਂਦਾ। ਹੁਣ ਉਹ ਜਿਹੜਾ ਹੁੰਦਾ ਮਤਲਬ ਕੋਰਟ ਦੀ ਡੇਟ ਦੇ ਕੇ ਹੀ ਬਾਹਰ ਕੱਢਦੇ ਆ ਆਪਣੀ ਡਿਟੈਂਸ਼ਨ 'ਚੋਂ। ਸੋ ਇਹ ਉਹ ਜਿਹੜਾ ਪ੍ਰੋਸੈਸ ਹੈ ਸ਼ੁਰੂ ਹੋ ਗਿਆ। ਤੇ ਹੁਣ ਜਿਹੜੇ ਲੇਟੈਸਟ ਬੰਦੇ ਆ ਰਹੇ ਆ ਉਹਨਾਂ ਨੂੰ ਜਦੋਂ ਛੱਡਦੇ ਆ ਤਾਂ ਕੋਰਟ ਦੀ ਡੇਟ ਬਕਾਇਦਾ ਦਿੱਤੀ ਜਾਂਦੀ ਆ। ਉਹਨੂੰ ਜਿਹੜੇ ਡਾਕੂਮੈਂਟ ਮਿਲਦਾ ਉਹਨੂੰ ਕਹਿੰਦੇ ਆ ਨੋਟਿਸ ਟੂ ਅਪੀਅਰ, ਉਹਦੇ ਉੱਤੇ ਉਹ ਡੇਟ ਹੁੰਦੀ ਆ। ਸੋ ਇਹ ਵੀ ਇੱਕ ਜਿਹੜੀ ਇੰਪੋਰਟੈਂਟ ਇੰਪਲੀਮੈਂਟੇਸ਼ਨ ਜਿਹੜੀ ਪਾਲਿਸੀ ਦੀ ਆ ਉਹ ਹੁਣ ਸ਼ੁਰੂ ਹੋਈ ਆ। ਸੋ ਇਹ ਸੀਗੀਆਂ ਵੀਕ ਦੀਆਂ ਇੰਪੋਰਟੈਂਟ ਖਬਰਾਂ। ਤੇ ਇਹਦੇ ਨਾਲ ਹੁਣ ਤੁਹਾਡਾ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਪਹਿਲਾ ਜਿਹੜਾ ਸਵਾਲ ਹੈ ਜੀ ਉਹ ਇਹ ਹੈਗਾ ਕਿ ਉਹ ਇਹ ਕਹਿ ਰਹੇ ਆ ਕਿ ਜਿਹੜਾ B1 B2 ਵੀਜ਼ਾ ਹੈਗਾ ਇਹਦੇ ਬਾਰੇ ਦੱਸੋ ਕਿ ਇਹ ਸ਼ੁਰੂ ਹੋ ਗਿਆ। ਦੇਖੋ ਇਸ ਤਰ੍ਹਾਂ ਆ ਕਿ ਜਿਹੜਾ B1 B2 ਵੀਜ਼ਾ ਜਿਨ੍ਹਾਂ ਦਾ ਲੱਗਿਆ ਹੋਇਆ ਆਲਰੇਡੀ ਉਹ ਆ ਸਕਦੇ ਨੇ। ਉਹਨਾਂ ਨੂੰ ਇਹੀ ਰਿਕੁਆਇਰਮੈਂਟ ਹੈਗੀ ਜਿਵੇਂ ਲਾਸਟ ਟਾਈਮ ਮੈਂ ਦੱਸੀ ਸੀ ਕਿ ਉਹਨਾਂ ਦੀ ਵੈਕਸੀਨੇਸ਼ਨ ਹੋਈ ਹੋਵੇ ਤੇ ਉਹਨਾਂ ਦਾ ਨੈਗੇਟਿਵ ਟੈਸਟ ਹੋਵੇ। ਪਰ ਇਹ ਆ ਕਿ ਲੇਕਿਨ ਜੇ ਆਪਾਂ ਨਵਾਂ ਲਵਾਉਣਾ ਕਿਸੇ ਦਾ ਵੀਜ਼ਾ ਉਹਦੀ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ। ਅਪਲਾਈ ਤਾਂ ਹੋ ਰਿਹਾ ਪਰ ਜਿਹੜੀਆਂ ਅਪਾਇੰਟਮੈਂਟਸ ਨੇ ਜਿਹੜੀ ਕਿ ਇੰਟਰਵਿਊ ਦੀ ਡੇਟ ਹੁੰਦੀ ਉਹ ਨਹੀਂ ਮਿਲ ਰਹੀ ਅਜੇ, ਕਿਉਂਕਿ ਅਜੇ ਇੰਟਰਵਿਊਜ਼ ਵਗੈਰਾ ਉੱਥੇ ਹੋ ਨਹੀਂ ਰਹੀਆਂ। ਅਗਲਾ ਸਵਾਲ ਹੈ ਜੀ ਕਿ ਮੇਰੇ ਉਹ ਕਹਿ ਰਹੇ ਨੇ ਕਿ ਡੈਡ ਨੇ ਅਗਸਤ 19 'ਚ ਪਰਮਾਨੈਂਟ ਵੀਜ਼ੇ ਲਈ ਅਪਲਾਈ ਕੀਤਾ ਸੀ, ਸਾਰਾ ਪੇਪਰ ਵਰਕ ਸਬਮਿਟ ਹੋ ਗਿਆ, ਅਜੇ ਤੱਕ ਇੰਟਰਵਿਊ ਨਹੀਂ ਆਈ। ਇਹਦੇ ਬਾਰੇ ਅਜੇ ਇੰਟਰਵਿਊਆਂ ਨਹੀਂ ਆਈਆਂ ਜੀ। ਪਿਛਲੇ ਮਹੀਨੇ ਮੈਂ ਦੱਸ ਕੇ ਹਟਿਆ ਵੀ ਜਿਹੜਾ ਨਵੰਬਰ ਦੇ ਵਿੱਚ ਜ਼ਿਆਦਾ ਤੁਰਿਆ ਨਹੀਂ ਜਿਹੜਾ ਪ੍ਰੋਸੈਸ ਹੈ। ਹੁਣ ਆਹ ਮਹੀਨੇ ਦੇਖਦੇ ਹਾਂ ਕਿਸ ਤਰ੍ਹਾਂ ਹੁੰਦਾ, ਜਿਹੜਾ ਅਗਲਾ ਮਹੀਨੇ ਦਾ ਆਊਗਾ, ਪਰ ਜੇ ਇੰਟਰਵਿਊਆਂ ਨਹੀਂ ਅਜੇ ਆ ਰਹੀਆਂ ਸੋ ਇਸ ਕਰਕੇ ਵੇਟ ਹੀ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ F3 ਕੈਟੇਗਰੀ ਦੇ ਵਿੱਚ ਸਾਡਾ ਕੇਸ ਹੈ, ਸਾਨੂੰ 10 ਸਾਲ ਹੋ ਗਏ ਕੇਸ ਕੀਤੇ ਨੂੰ, ਇਹਨੂੰ ਕਿੰਨਾ ਟਾਈਮ ਹੋਰ ਲੱਗੇਗਾ। ਦੇਖੋ ਜੀ ਇਸ ਤਰ੍ਹਾਂ ਹੈਗਾ ਕਿ ਜਿਹੜਾ F3 ਜਿਹੜੀ ਕੈਟੇਗਰੀ ਮੈਂ ਦੱਸ ਦਿਆਂ ਵੀ ਦਸੰਬਰ ਦੇ ਵਿੱਚ ਇਹ 'ਤੇ ਚੱਲ ਰਿਹਾ ਜੀ 22 ਨਵੰਬਰ 2008। F4 ਕੈਟੇਗਰੀ ਜਿਹੜੇ ਭਰਾ ਭੈਣ ਦੀ ਕੈਟੇਗਰੀ US ਸਿਟੀਜ਼ਨ ਉੱਥੇ ਚੱਲ ਰਿਹਾ 15 ਸਤੰਬਰ 2005। F3 ਹੁੰਦੀ ਮੈਰਿਡ ਬੱਚੇ ਜਿਹੜੇ US ਸਿਟੀਜ਼ਨ ਤੇ ਉਹਨਾਂ ਦੇ ਬੱਚੇ, ਤੇ ਇਹਦਾ ਹੈਗਾ 22 ਨਵੰਬਰ 2008। ਤੇ F2B ਕੈਟੇਗਰੀ ਹੁੰਦੀ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਅਨਮੈਰਿਡ ਬੱਚੇ, ਉਹਦਾ ਚੱਲ ਰਿਹਾ ਜੀ 22 ਸਤੰਬਰ 2015। F2A ਕੈਟੇਗਰੀ ਆ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ, ਉਹ ਕਰੰਟ ਆ। F1 ਕੈਟੇਗਰੀ ਆ 1 ਦਸੰਬਰ 2014, ਇਹ ਹੁਣ ਚੱਲ ਰਿਹਾ। ਸੋ ਤੁਸੀਂ ਜੇ 10 ਸਾਲ ਪਹਿਲਾਂ ਅਪਲਾਈ ਕੀਤਾ ਤਾਂ ਇਹਦਾ ਮਤਲਬ ਤੁਸੀਂ 2011 'ਚ ਕੀਤਾ ਹੋਣਾ ਤੇ ਅਜੇ 2008 ਚੱਲ ਰਿਹਾ, ਜੇ 3 ਸਾਲ ਇਹਦੇ ਵਿੱਚ ਹੋਰ ਲੱਗ ਸਕਦੇ। ਸੋ ਇਹਨੂੰ ਟਾਈਮ ਜਿਹੜਾ ਹੈਗਾ ਉਹ ਹੋਰ ਲੱਗੇਗਾ। ਸੋ ਵੇਟ ਕਰਨੀ ਪੈਣੀ ਆ ਤੁਹਾਨੂੰ, ਤੇ ਇਹਦੇ 'ਚ ਕਾਫੀ ਜ਼ਿਆਦਾ ਡਿਲੇ ਆ ਕਿਉਂਕਿ ਪਿੱਛੇ ਕੈਟੇਗਰੀਆਂ ਜਿਹੜੀਆਂ ਹੈਗੀਆਂ ਉਹ ਮੂਵ ਨਹੀਂ ਹੋਈਆਂ, ਜਿਹਦੇ ਕਰਕੇ ਕਿ ਕਾਫੀ ਜ਼ਿਆਦਾ ਮਤਲਬ ਉਹ ਡਿਲੇ ਜਿਹੜੀ ਆ ਉਹ ਚੱਲ ਰਹੀ ਆ। ਅਗਲਾ ਸਵਾਲ ਹੈ ਜੀ ਉਹ ਇਹ ਕਹਿ ਰਹੇ ਆ ਕਿ ਜਿਹੜੇ ਬੱਚਿਆਂ ਦੀ ਉਮਰ 21 ਸਾਲ ਤੋਂ ਉੱਪਰ ਹੋ ਜਾਂਦੀ ਹੈ F4 ਕੈਟੇਗਰੀ ਦੇ ਵਿੱਚ,
ਤੇ ਉਹਨਾਂ ਨੂੰ ਡਾਕੂਮੈਂਟੇਸ਼ਨ ਪਹਿਲਾਂ ਭੇਜਣੀ ਚਾਹੀਦੀ ਕਿ ਪ੍ਰਾਇਓਰਟੀ ਡੇਟ ਲਈ ਵੇਟ ਕਰਨ। ਦੇਖੋ ਜਿਹੜੇ ਤਾਂ ਬਰਥ ਸਰਟੀਫਿਕੇਟ ਵਗੈਰਾ ਬੱਚਿਆਂ ਦੇ ਜਾਂ ਇੱਦਾਂ ਦੇ ਡਾਕੂਮੈਂਟ ਆ ਉਹ ਤਾਂ ਪਹਿਲਾਂ ਭੇਜਣੇ ਚਾਹੀਦੇ ਆ, ਥੋੜਾ ਮੈਰਿਜ ਸਰਟੀਫਿਕੇਟ ਹੋ ਗਿਆ, ਬੱਚਿਆਂ ਦੇ ਜਨਮ ਸਰਟੀਫਿਕੇਟ ਹੋ ਗਏ। ਲੇਕਿਨ ਜੇ ਤੁਸੀਂ ਗੱਲ ਕਰ ਰਹੇ ਹੋ ਬੱਚੇ ਨੂੰ ਐਡ ਕਰਾਉਣ ਦੀ, ਕਿ ਜੇ ਬੱਚਾ 21 ਸਾਲ ਤੋਂ ਉੱਪਰ ਹੋ ਗਿਆ ਤਾਂ 'ਚੋਂ ਬਾਹਰ ਨਿਕਲ ਗਿਆ, ਤਾਂ ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਐਡ ਹੁੰਦਾ, ਉਹਦੇ ਵਾਸਤੇ ਪ੍ਰਾਇਓਰਟੀ ਡੇਟ ਦੀ ਵੇਟ ਕਰਨੀ ਪੈਣੀ ਆ। ਪ੍ਰਾਇਓਰਟੀ ਡੇਟ ਤੋਂ ਪਹਿਲਾਂ ਤੁਸੀਂ ਐਡ ਨਹੀਂ ਕਰਾ ਸਕਦੇ। ਤੇ ਉਹਦੀ ਖਾਸ ਇੱਕ ਕੈਲਕੂਲੇਸ਼ਨ ਹੁੰਦੀ ਆ, ਉਹ ਮੈਂ ਅੱਗੇ ਵੀ ਦੱਸੀ ਆ ਪ੍ਰੋਗਰਾਮਾਂ 'ਚ। ਉਹਦੀ ਕੈਲਕੂਲੇਸ਼ਨ ਇਹ ਆ ਕਿ ਜਦੋਂ ਵੀ ਅਪਲਾਈ ਕੀਤਾ F4 ਦਾ ਕੇਸ, ਉਹ ਡੇਟ ਦੇਖਣੀ ਵੀ ਕਦੋਂ ਅਪਲਾਈ ਹੋਇਆ, ਉਦੋਂ ਬਾਅਦ ਉਹਦੀ ਅਪਰੂਵਲ ਕਦੋਂ ਆਈ ਆ। ਜਦੋਂ ਆਪਾਂ ਅਪਲਾਈ ਕਰਦੇ ਹਾਂ ਉਸ ਤੋਂ ਬਾਅਦ ਅਪਰੂਵਲ ਆਉਂਦੀ, ਕਈ ਵਾਰੀ ਅਪਰੂਵਲ 6 ਮਹੀਨੇ 'ਚ ਆਉਂਦੀ ਹੈ, ਕਈ ਵਾਰੀ 2 ਸਾਲ ਲੱਗਦੇ, ਕਈ ਵਾਰੀ ਅੱਜ ਕੱਲ੍ਹ 8-8 ਸਾਲ ਵੀ ਲੱਗ ਰਹੇ ਆ। ਉਹ ਅਪਰੂਵਲ ਦੀ ਡੇਟ ਦੇਖਣੀ ਆ। ਫਿਰ ਜਦੋਂ ਵੀਜ਼ਾ ਨੰਬਰ ਕਰੰਟ ਹੋ ਗਿਆ ਉਹ ਡੇਟ ਦੇਖਣੀ ਆ, ਤੇ ਕਰੰਟ ਡੇਟ 'ਤੇ ਬੱਚੇ ਦੀ ਉਮਰ ਕਿੰਨੀ ਆ। ਉਹ ਜਿਹੜਾ ਅਪਲਾਈ ਕੀਤੇ ਦਾ ਅਤੇ ਅਪਰੂਵਲ ਦਾ ਟਾਈਮ ਹੈ, ਚਾਹੇ ਉਹ 6 ਮਹੀਨੇ ਹੋਵੇ ਜਾਂ 2 ਸਾਲ ਹੋਵੇ, 3 ਸਾਲ ਹੋਵੇ, ਉਹ ਟਾਈਮ ਜਦੋਂ ਡੇਟ ਕਰੰਟ ਹੋ ਗਈ ਉੱਥੇ ਬੱਚੇ ਦੀ ਉਮਰ 'ਚੋਂ ਕੱਢਿਆ ਜਾਂਦਾ। ਜੇ ਉਹ ਉਮਰ ਕੱਢ ਕੇ 21 ਸਾਲ ਤੋਂ ਘੱਟ ਰਹਿ ਜਾਂਦੀ ਹੈ ਤਾਂ ਫਿਰ ਉਹ ਉਹਦੇ ਅੰਡਰ ਆ ਸਕਦਾ। ਪਰ ਇਹ ਜਿਹੜੀ ਕੈਲਕੂਲੇਸ਼ਨ ਹੁੰਦੀ ਉਦੋਂ ਆ ਜਦੋਂ ਡੇਟ ਪ੍ਰਾਇਓਰਟੀ ਕਰੰਟ ਹੋ ਗਈ। ਜੇ ਡੇਟ ਕਰੰਟ ਨਹੀਂ ਫਿਰ ਨਹੀਂ ਹੁੰਦੀ। ਅਗਲਾ ਸਵਾਲ ਹੈ ਜੀ ਕਿ ਤੁਸੀਂ ਇਹ ਦੱਸੋ ਕਿ ਜਿਹੜਾ ਹੈਗਾ ਇੰਟਰਵਿਊਜ਼ ਕਦੋਂ ਤੇਜ਼ ਹੋਣਗੀਆਂ F4 ਜਾਂ F3 ਕੈਟੇਗਰੀ ਦੀਆਂ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਸਾਡੀ ਅਗਲੇ ਹਫ਼ਤੇ ਤੱਕ ਜ਼ਰੂਰ ਮੀਟਿੰਗ ਹੈਗੀ ਆ ਕਾਂਗਰਸਮੈਨਾਂ ਦੇ ਨਾਲ, ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਹਨੂੰ ਤੇਜ਼ ਕਰਾਉਣ ਵਾਸਤੇ, ਕਿਉਂਕਿ ਅਸੀਂ ਮਿਲਦੇ ਰਹਿੰਦੇ ਹਾਂ ਅਮਰੀਕਨ ਲੀਡਰਾਂ ਨੂੰ। ਇਹਦੇ ਬਾਰੇ ਗੱਲ ਕਰਾਂਗੇ। ਇੱਕੋ ਜਿਹੜੀ ਅਸੀਂ ਐਮਬੈਸੀ ਦੀ ਇਮੀਗ੍ਰੈਂਟ ਵੀਜ਼ਾ ਚੇਂਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੰਬੇ ਤੋਂ ਦਿੱਲੀ ਆ ਜਾਏ, ਉਹਦੇ ਬਾਰੇ ਵੀ ਅਸੀਂ ਜਿਹੜਾ ਉਹ ਮਤਲਬ ਮਿਲ ਰਹੇ ਹਾਂ। ਇੱਕ ਹੋਰ ਸੱਜਣ ਨੇ ਜੀ ਸਾਨੂੰ ਵਧਾਈ ਦੇ ਰਿਹਾ ਕਿ ਸਾਡਾ ਜਿਹੜਾ ਨਿਊਯਾਰਕ ਵਾਲਾ ਆਫਿਸ ਹੈਗਾ, ਰਿਚਮੰਡ ਹਿੱਲ ਵਾਲਾ, ਉਹ ਕਹਿੰਦੇ ਬਹੁਤ ਸੋਹਣਾ ਆਫਿਸ ਹੈ, ਮੈਂ ਦੇਖ ਕੇ ਆਇਆ, ਬਹੁਤ ਵਧੀਆ, ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਇਹ ਜਿਹੜਾ ਆਪਣਾ ਆਫਿਸ ਹੈ ਨਿਊਯਾਰਕ, ਇਹਦੀਆਂ ਜਿਹੜੀਆਂ ਫੋਟੋਆਂ ਹੈਗੀਆਂ ਉਹ ਤੁਹਾਨੂੰ ਅਸੀਂ ਹੁਣ ਦਿਖਾ ਰਹੇ ਹਾਂ ਇਸ ਟਾਈਮ। ਅਤੇ ਇਹ ਜਮੇਕਾ ਐਵਨਿਊ 'ਤੇ ਹੈਗਾ, 108-14 ਜਮੇਕਾ ਐਵਨਿਊ, ਅਤੇ ਉੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ ਤਕਰੀਬਨ 6 ਵਜੇ ਤੱਕ ਖੁੱਲ੍ਹਾ ਹੁੰਦਾ। ਅਤੇ ਉੱਥੇ ਜਿਹੜੇ ਫ਼ੋਨ ਨੰਬਰ ਹੈਗੇ 7185338444, ਤੁਸੀਂ ਜਦੋਂ ਮਰਜ਼ੀ ਜਾ ਸਕਦੇ ਹੋ। ਅਤੇ ਨਿਊ ਜਰਸੀ ਇੱਦਾਂ ਹੀ ਐਡੀਸਨ ਹੈਗਾ ਓਕ ਟਰੀ ਰੋਡ 'ਤੇ ਆਫਿਸ ਆਪਣਾ 2060 ਓਕ ਟਰੀ ਰੋਡ ਸਵੀਟ 1 ਐਡੀਸਨ, ਉੱਥੇ ਵੀ ਜਾ ਸਕਦੇ ਹੋ। ਉਹ ਵੀ ਸਵੇਰੇ 10 ਤੋਂ ਲੈ ਕੇ ਸ਼ਾਮ ਤਕਰੀਬਨ 5:30-6 ਵਜੇ ਤੱਕ ਹੁੰਦੇ ਹੀ ਆ। ਫਰੀਮਾਉਂਟ ਜਿਹੜਾ ਆਫਿਸ ਉਹਦਾ ਐਡਰੈਸ ਹੈ 44808 ਸਾਊਥ ਗ੍ਰਿਮਰ ਬੁਲੇਵਾਰਡ ਫਰੀਮਾਉਂਟ, ਉਹਦਾ ਫ਼ੋਨ ਨੰਬਰ ਹੈ 5106576444। ਉਹ ਵੀ ਸਵੇਰੇ ਤਕਰੀਬਨ 10 ਤੋਂ ਲੈ ਕੇ 6 ਵਜੇ ਤੱਕ ਹੁੰਦਾ। ਸੈਕਰਾਮੈਂਟੋ ਵਾਲਾ ਆਫਿਸ ਹੈਗਾ 2951 ਵੈਸਟ ਕੈਪਟਨ ਐਵਨਿਊ ਵੈਸਟ ਸੈਕਰਾਮੈਂਟੋ, ਅਤੇ ਉਹ ਵੀ ਸੇਮ ਟਾਈਮ ਹੀ ਹੈ, ਉੱਥੇ ਤੁਸੀਂ ਜਾ ਸਕਦੇ ਹੋ। ਫਰਿਜ਼ਨੋ ਵਾਲਾ ਹੈਗਾ 4491 ਵੈਸਟ ਸ਼ਾਹ ਐਵਨਿਊ ਸਵੀਟ 131 ਫਰਿਜ਼ਨੋ। ਸੋ ਇਹ ਜਿਹੜੇ ਆਫਿਸ ਨੇ ਇਹਨਾਂ ਦੇ ਵਿੱਚ ਤੁਸੀਂ ਸਵੇਰੇ ਤਕਰੀਬਨ ਅਰਾਊਂਡ 10-10:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਮਰਜ਼ੀ ਜਿਹੜੇ ਹੈਗੇ ਆ ਉਹ ਜਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੇਰੀ ਡੇਟ ਆਫ ਬਰਥ 66 ਦੀ ਹੈਗੀ ਆ, ਅਤੇ ਮੈਂ ਮਾਸਟਰਸ ਕੀਤੀ ਹੋਈ ਆ, ਅਤੇ ਇੰਗਲਿਸ਼ ਵੀ ਮੈਨੂੰ ਕਾਫੀ ਆਉਂਦੀ, ਮੈਂ US ਵੀਜ਼ੇ ਲਈ ਅਪਲਾਈ ਕਰ ਸਕਦਾ। US ਵੀਜ਼ੇ ਲਈ ਅਪਲਾਈ ਕਰਨ ਵਾਸਤੇ ਕੋਈ ਇੰਗਲਿਸ਼ ਦੀ ਇੰਨੀ ਜ਼ਿਆਦਾ ਰਿਕੁਆਇਰਮੈਂਟ ਦੀ ਇੱਦਾਂ ਦੀ ਲੋੜ ਨਹੀਂ ਹੁੰਦੀ ਵੀ ਕੋਈ ਮਤਲਬ ਇੰਗਲਿਸ਼ ਦਾ ਜਿਹੜਾ ਹੈਗਾ ਟੈਸਟ ਦੇਣਾ ਪੈਂਦਾ, ਇੱਦਾਂ ਦੀ ਕੋਈ ਗੱਲ ਨਹੀਂ। ਉਹਦੇ ਜਿਹੜਾ ਮੇਨ ਰਿਕੁਆਇਰਮੈਂਟ ਉਹ ਇਹ ਆ ਵੀ ਕੀ ਜਿਹੜਾ ਬੰਦਾ ਵੀਜ਼ਾ ਲੈ ਰਿਹਾ ਮੁੜ ਕੇ ਵਾਪਸ ਆਏਗਾ ਕਿ ਨਹੀਂ। ਉਹਨਾਂ ਨੇ ਇਹ ਦੇਖਣਾ ਹੁੰਦਾ ਵੀ ਕੀ ਉਹ ਜਿਹੜਾ ਹੈਗਾ ਉਹ ਅਮਰੀਕਾ ਤਾਂ ਨਹੀਂ ਰਹਿ ਜਾਏਗਾ, ਵੀ ਉਹ ਟੂਰਿਸਟ ਹੈਗਾ, ਘੁੰਮ ਫਿਰ ਕੇ ਵਾਪਸ ਆ ਜਾਏਗਾ, ਆਹ ਦੇਖਣਾ। ਜੇ ਉਹ ਇਸ ਗੱਲ 'ਤੇ ਸੈਟਿਸਫਾਈ ਹੋ ਜਾਂਦੇ ਆ ਤਾਂ ਵੀਜ਼ਾ ਦੇ ਦਿੰਦੇ ਆ। ਅਗਲਾ ਸਵਾਲ ਹੈ ਜੀ ਕਿ U ਵੀਜ਼ਾ ਅਪਲਾਈ ਕੀਤਾ ਜੀ 2017 ਦੇ ਵਿੱਚ, ਅਤੇ ਅਜੇ ਤੱਕ ਕੋਈ ਅਪਡੇਟ ਨਹੀਂ ਆਈ, ਅਤੇ ਇਹਨੂੰ ਕਾਫੀ ਟਾਈਮ ਲੱਗ ਰਿਹਾ। ਹਾਂਜੀ, ਇਹਨੂੰ ਕਾਫੀ ਟਾਈਮ ਲੱਗਦਾ, 5-6 ਸਾਲ ਲੱਗ ਜਾਂਦੇ, ਕਿ ਇਹਨੂੰ 7 ਸਾਲ ਵੀ ਲੱਗ ਜਾਂਦੇ ਆ, ਪਰ ਤੁਸੀਂ ਟਰੈਕ ਕਰਦੇ ਰਹੋ, ਇਹਨੂੰ ਜਿਹੜਾ ਟਾਈਮ ਕਾਫੀ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਅਤੇ ਮੇਰੇ ਬੇਟੇ ਨੇ ਅਸਾਈਲਮ ਫਾਈਲ ਕੀਤਾ ਸੀ 14 'ਚ, ਅਤੇ ਉਸ ਤੋਂ ਬਾਅਦ ਅਮਰੀਕਨ ਅਤੇ ਡਾਟਰ ਇਨ ਲਾਅ ਮੇਰੀ ਇੱਥੋਂ ਡਿਪੋਰਟ ਹੋ ਗਈ ਸੀਗੀ, ਅਤੇ ਉਹਨੇ ਫਿਰ ਵੀਜ਼ਾ ਅਪਲਾਈ ਕੀਤਾ, ਅਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਵੀਜ਼ਾ ਅਜੇ ਤੱਕ ਨਹੀਂ ਮਿਲਿਆ। ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਬੰਦਾ ਡਿਪੋਰਟ ਹੋ ਕੇ ਜਾਂਦਾ ਉਹਨੂੰ ਤਕਰੀਬਨ ਡੈਪੂਟੇਸ਼ਨ 5 ਸਾਲ ਜਾਂ 10 ਸਾਲ ਦੀ ਲੱਗ ਜਾਂਦੀ ਆ, ਉਹਦੇ ਬਾਅਦ ਵੀ ਕੋਈ ਗਰੰਟੀ ਨਹੀਂ ਕਿ ਵੀਜ਼ਾ ਮਿਲੇ। ਸੋ ਵਿਜ਼ਟਰ ਵੀਜ਼ਾ ਡਿਪੋਰਟ ਹੋਏ ਬੰਦਿਆਂ ਨੂੰ ਲੈਣਾ ਕਾਫੀ ਮੁਸ਼ਕਿਲ ਹੋ ਜਾਂਦਾ, ਉਹਦੀ ਕੋਈ ਪੱਕੀ ਗਰੰਟੀ ਨਹੀਂ ਹੁੰਦੀ। ਸੋ ਤੁਸੀਂ ਟਰਾਈ ਕੀਤੀ ਆ, ਪਰ ਹੋ ਸਕਦਾ ਨਾ ਮਿਲੇ। ਅਗਲਾ ਸਵਾਲ ਹੈ ਜੀ ਕਿ 2006 ਦੇ ਵਿੱਚ ਸਾਡੀ ਫਾਈਲ ਸਬਮਿਟ ਹੋਈ ਸੀ, ਅਪਰੂਵਲ ਸਾਡੀ 9 'ਚ ਆ ਗਈ ਸੀਗੀ, ਅਤੇ ਸਾਡਾ ਡੇਟ ਆਫ ਬਰਥ ਜਿਹੜਾ ਹੈਗਾ ਉਹਦਾ ਸਰਟੀਫਿਕੇਟ 'ਤੇ ਜਿਹੜੀ ਹੈਗੀ ਆ ਡੇਟ ਉਹ ਥੋੜ੍ਹੀ ਜਿਹੀ ਡਿਫਰੈਂਟ ਹੈਗੀ ਮੈਰਿਜ ਸਰਟੀਫਿਕੇਟ ਨਾਲੋਂ, ਅਤੇ ਇਹਦਾ ਹੱਲ ਕੀ ਹੋਊਗਾ। ਦੇਖੋ ਇਸ ਤਰ੍ਹਾਂ ਹੈ ਕਿ
उन्होंने तो बर्थ सर्टिफिकेट के मुताबिक चलना, तुसीं मैरिज सर्टिफिकेट ते अमेंड कराओ, उत्ते अपनी डेट ऑफ बर्थ ठीक करा लो तो किसी तरीके नाल उन्होंने एप्लीकेशन दे के जां कुछ भी, क्योंकि इत्थे दा जिहड़ा हैगा बर्थ सर्टिफिकेट आ उहदे मुताबिक ये चलणगे, उह चों एक ते तुहानूं ठीक कराउणी पैणी है। अगला सवाल है जी कि मैं साइली हाँ तो मैं इंडिया जाके जे विआह कराउणा तो मैं अपनी वाइफ नूं इत्थे लिया सकदा। देखो इस तरह हुंदा, तुसीं सैलम लिया तो तुसीं सीधा ही जाके इंडिया दे विच जे जाने हो विआह कराउण तां ओह तुहाडे केस ते असर पै सकदा। वो तुहानूं पुछ सकदे भी तुसीं एक पासे ते कही जांदे मैनूं खतरा मैं जा नहीं सकदा, एक पासे तुसीं उत्थे जाके विआह करा लैंदे हो। सो इस करके बैटर है भी तुसीं इंडिया ना जाओ, किसी होर कंट्री दे विच जिवें नेपाल हो गया, सिंगापुर हो गया, थाईलैंड, इहो जिहियां कंट्रियां 'च विआह करा के तुसीं आ जाओ, इंडिया दे विच ना जाओ बैटर। अगला सवाल है जी कि मैनूं ये दसो कि जिहड़ा F4 कैटेगरी आ इत्ते हुण किहड़ी डेट चल रही है तो ये कोई तेज़ होया? मैं हुणे दस के हटिया जी F4 दे विच चल रहा 15 सितंबर 2005 तो तेज़ अजे नहीं होया, क्योंकि वो उत्थे खड़ा जिथे पिछले महीने खड़ा सी। हुण देखण वाली गल ये आ भी किन्ना कुह तेज़ होऊगा, इहदे बारे असीं तुहानूं जानकारी जिहड़ी हैगी आ वो देवांगे जिवें जिवें हुण समां लंघूगा। बाकी असीं हफ्ते 10 दिन तक अमरीकन लीडरां नूं फेर मिलना तो उहदे बारे तुहानूं मैं जानकारी दूँगा भी की उत्थे गलबात हुई है, उहदियां फोटोआं भी शेयर करूँगा। तो इहदे बारे असीं गल करनी भी कैटेगरियां जिहड़ियां फास्ट होण ते कंबैसी जिहड़ी हैगी आ मुंबई तो दिल्ली इमीग्रेंट वीज़े वास्ते मूव होवे। अगला सवाल है जी कि रिमेन इन मैक्सीको पॉलिसी जिहड़ी आ अंडर एज ते भी लागू होएगी? इहदे बारे अजे कुछ नहीं कह सकते जी, क्योंकि जिहड़ी पिछली सरकार सीगी जे आपां उहदा एक्सपीरियंस देखीए, उन्होंने जिहड़े स्पैनिश स्पीकिंग लोग सी जिहड़े कि सैंट्रल अमेरिकन कंट्रीज़ तो आउंदे, जिवें गुआटेमाला हो गया, एल सैल्वाडोर हो गया, ब्राज़ील हो गया, उन्होंने लागू करते सी ये पॉलिसी, अपने जिहड़े पंजाबियां ते नहीं सी करदे ते अंडर एज ते नहीं सी करदे। हुण देखण वाली गल है भी किस तरह लागू होएगी, हो सकदा अंडर एज ते होवे ना होवे, ये टाइम ही दसेगा। अगला सवाल है जी कि मैं अपने हसबैंड का अपलाई किया 2019 F2A कैटेगरी तो 21 अप्रूव हो गया सी, अजे तक इंटरव्यू नहीं आई, काफ़ी टाइम लग रहा। F2A कैटेगरी है जी ग्रीन कार्ड होल्डर के हसबैंड वाइफ तो 21 साल तो घट बच्चों की, तो इनू अजकल काफ़ी टाइम है। मैं तो ये भी जानता भी 18 वाले जिन्होंने अपलाई किया उन्होंने अजे तक नहीं इंटरव्यू आई, तो तुहाडा तो 19 का हैगा, सो काफ़ी डिले है। कहण नूं ही करंट है कैटेगरी, पर ये काफ़ी ज़्यादा डिले हैगी, तुहानूं वेट करनी पैनी, उदां तुसीं इनकुआयरी कर सकते हो। तो अगला सवाल है जी कि मैं अपलाई किया सीगा सैलम 2019 तो मैं इमीग्रेशन डेट मेरी आई सी तो मैं वो 21 मिस कर दी, तो ये केस जिहड़ा हैगा मेरा क्लोज आ, मैं रीओपन हो सकदा। देखो जी ये डिपेंड करेगा कि की तुहाडी मजबूरी सीगी कि तुसीं क्यों नहीं जा सके उस डेट के उत्ते, तो जे उहदा कोई वैलिड रीजन हैगा, कोई हैल्थ रीजन हैगा या तुहानूं लैटर नहीं मिली, फिर रीओपन हो सकदा। तुसीं इहदे बारे मेरे नाल संपर्क करो 9179154142 जां मैनूं ईमेल करो jpsinghattorney@gmail, मैनूं सारा रीजन दसो, तो मुताबिक तुहानूं मैं दस सकदा कि रीओपन हो सकदा कि नहीं हो सकदा। उदां रीओपन कराउण दे जिहड़े ग्राउंड हुंदे ने उन्हां दे विच केस होना चाहिदा तो फिर ही रीओपन होएगा, इदां अपने आप रीओपन नहीं हुंदा। अगला सवाल है जी कि ये दसो कि जिहड़ा वो कह रहे हैं कि $2500 पे करके F4 कैटेगरी जल्दी होएगी, वो ला कदों लागू होएगा? ये ला कोई बनया ही नहीं जी, एक प्रपोजल सीगी जिहड़ी कि इन्होंने पास कराउण दी कोशिश की पर वो पास नहीं हुई, इस करके वो कानून इंप्लीमेंट नहीं होया। सो इदां दा कोई अजे ला नहीं हैगा कि $2500 दे के तेज़ हो जाएगा, इदां दी कोई गल नहीं हैगी। अगला सवाल है जी कि मेरा USA का वीज़ा 2019 का लग्या होया, मैं कनेडा 'च वर्क परमिट ते हाँ, तो मैं बॉर्डर ते एंट्री लैण लई गया सी, पर उदों बाद मैं अमरीका नहीं आया, कि मैं हुण USA जा सकदा? ये तुहाडे कोल जे विजिटर वीज़ा हैगा, हुण खुल गया बॉर्डर, तुसीं आ सकते हो, जे वैलिड है वीज़ा तो तुसीं एंट्री लैके इत्थे आ सकते हो, कोई प्रॉब्लम नहीं, हुण आ सकते हैं जिहड़े विजिटर हैगे आ। अगला सवाल है जी कि इंडिया वाले इनकलूड होणगे रिमेन इन मैक्सीको पॉलिसी च? इहदे बारे कह नहीं सकते जी कुछ भी, पिछली सरकार तो नहीं सी इनकलूड, पर ऐतकी हुण पता नहीं, जो इंप्लीमेंट होगी फिर पता लगूगा। अगला सवाल है जी कि ये दसो कि साडा कि F1 जिहड़ा फैमिली बेस केस हैगा, तो मेरी 21 साल तो वड्डी उम्र है, मैं अनमैरिड हैगा, सन ऑफ USA सिटीजन, फादर ओवर 21। मेरे डैड ने 16 च अपलाई किया सी केस, तो उन्होंने सानू एविडेंस मंगी सी, एविडेंस देती है, तो उस तो बाद वो कोई रिस्पॉन्ड नहीं कर रहे। F1 कैटेगरी 2014 चल रहा जी, सो तुहाडा 16 का हैगा, तो हो सकदा भी इनू ਹੁਣ ਸਾਨੂੰ ਜਿਹੜੀ ਇਨਕੁਆਇਰੀ वैसे ਜ਼ਰੂਰ ਕਰਨੀ ਚਾਹੀਦੀ ਹੈ ਵੀ ਰਿਸਪੌਂਡ ਕਿਉਂ ਨਹੀਂ ਕਰ ਰਹੇ, ਵੀ ਕੇਸ ਚੱਲਦਾ ਵੀ ਹੈ, ਠੀਕ ਠਾਕ ਹੈ, ਅਪਰੂਵਲ ਆ ਗਈ ਹੈ, ਤੇ ਪਰ ਅੱਜ ਕੱਲ੍ਹ ਟਾਈਮ ਜ਼ਿਆਦਾ ਲੱਗ ਰਿਹਾ, ਤੁਸੀਂ ਇਹਦੀ ਇਨਕੁਆਇਰੀ ਕਰੋ।
ਅਗਲਾ ਸਵਾਲ ਹੈ ਜੀ ਕਿ ਵਿਜ਼ਟਰ ਵੀਜ਼ੇ ਦੀ ਇੰਟਰਵਿਊ ਕਦੋਂ ਸ਼ੁਰੂ ਹੋਏਗੀ। ਵਿਜ਼ਟਰ ਵੀਜ਼ੇ ਦੀ ਇੰਟਰਵਿਊ ਦਾ ਜੀ ਕੋਈ ਪਤਾ ਨਹੀਂ ਕਦੋਂ ਸ਼ੁਰੂ ਹੋਏਗੀ ਜੀ, ਬਹੁਤ ਸਲੋ ਆ। ਸੋ ਅਪਲਾਈ ਹੋ ਰਹੇ ਨੇ ਵਿਜ਼ਟਰ ਵੀਜ਼ੇ ਪਰ ਇੰਟਰਵਿਊ ਨਹੀਂ ਦੇ ਰਹੇ। ਸੋ ਇੰਟਰਵਿਊ ਜਿਹੜੀ ਆ ਉਹ ਅਜੇ ਦੂਜੀਆਂ ਜਿਹੜੀਆਂ ਇਮੀਗ੍ਰੈਂਟ ਵੀਜ਼ੇ ਵਾਲੀਆਂ ਉਹ ਵੀ ਨਹੀਂ ਹੋ ਰਹੀਆਂ। ਸੋ ਇਹ ਦੇਖਣ ਵਾਲੀ ਗੱਲ ਆ। ਅਸੀਂ ਤਾਂ ਵੇਟ ਕਰ ਰਹੇ ਹਾਂ ਵੀ ਸ਼ਾਇਦ ਦਸੰਬਰ ਸ਼ੁਰੂ ਹੋਵੇ। ਸੋ ਤੁਹਾਨੂੰ ਦੱਸਾਂਗੇ ਜਿੱਦਾਂ ਜਿੱਦਾਂ ਪ੍ਰੋਸੈਸ ਜਿਹੜਾ ਹੈਗਾ ਉਹ ਹੋਏਗਾ। ਅਗਲਾ ਸਵਾਲ ਹੈ ਜੀ ਕਿ F2 ਕੈਟਾਗਰੀ A ਦੀ ਇੰਟਰਵਿਊ ਲਈ ਕਾਫੀ ਟਾਈਮ ਹੋ ਗਿਆ। 8 ਵੀਕ ਤੋਂ ਮੁੰਬਈ ਐਮਬੈਸੀ ਜਿਹੜੀ ਹੈਗੀ ਆ ਉਹ ਨਹੀਂ ਇੰਟਰਵਿਊ ਕਰ ਰਹੀ। ਉਹ ਉੱਥੇ ਹੈ ਕਰੰਟ ਅਫੇਅਰ। ਸਹੀ ਗੱਲ ਹੈ ਜੀ, ਇੰਟਰਵਿਊ ਨਹੀਂ ਹੋ ਰਹੀਆਂ। ਖਾਸ ਕਰਕੇ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਬੱਚੇ ਉਹਦੀਆਂ ਵੀ ਨਹੀਂ ਹੋ ਰਹੀਆਂ। ਜਿਹੜੇ ਕਿ ਗ੍ਰੀਨ ਕਾਰਡ ਹੋਲਡਰ ਦੇ ਉਹਨਾਂ ਦੀਆਂ ਵੀ ਨਹੀਂ ਹੋ ਰਹੀਆਂ। ਪਿਛਲੇ 2-3 ਮਹੀਨੇ ਤੋਂ ਇੰਟਰਵਿਊ ਨਹੀਂ ਹੋ ਰਹੀਆਂ। ਠੀਕ ਹੈ, ਅਤੇ ਇਹਨੂੰ ਕਿੰਨਾ ਟਾਈਮ ਲੱਗੇਗਾ ਇਹ ਜਿਹੜੀ ਹੈਗੀ ਦੇਖਣ ਵਾਲੀ ਗੱਲ ਆ। ਅਗਲਾ ਸਵਾਲ ਹੈਗਾ ਜੀ ਕਿ ਜਿਹੜਾ 2018 ਤੋਂ ਪਹਿਲਾਂ ਡਿਪੋਰਟ ਹੋਣ ਵਾਲਾ ਬਿੱਲ ਸੀ ਉਹਦਾ ਕੀ ਬਣਿਆ। ਹਾਊਸ ਨੇ ਪਾਸ ਕਰਕੇ ਬਿੱਲ ਸੈਨੇਟ 'ਚ ਭੇਜਿਆ ਸੀ। ਉਹ ਸੈਨੇਟ ਨੇ ਟੇਕ ਅਪ ਕਰਨਾ, ਪਰ ਅਜੇ ਤੱਕ ਉਹ ਕਲੀਅਰ ਨਹੀਂ ਕਿ ਛੁੱਟੀਆਂ ਤੋਂ ਪਹਿਲਾਂ ਜਿਹੜੀਆਂ ਹੋਣੀਆਂ ਕ੍ਰਿਸਮਸ ਦੀਆਂ ਕਰਨਗੇ ਕਿ ਨਹੀਂ ਕਰਨਗੇ। ਜ਼ੋਰ ਉਹਨਾਂ ਦਾ ਪੂਰਾ ਲੱਗਿਆ ਅਤੇ ਜੇ ਉਹਨਾਂ ਨੇ ਕਰ ਲਿਆ ਟੇਕ ਅਪ ਉਹ ਬਿੱਲ ਜਿਹੜਾ, ਅਤੇ ਜੋ ਕਿ ਬਿਲਡ ਬੈਕ ਜਿਹੜਾ ਬੈਟਰ ਅਮਰੀਕਾ ਬਿੱਲ ਹੈ ਉਹਦੇ 'ਚ $1.7 ਟ੍ਰਿਲੀਅਨ ਦੀ ਨਾਲ ਸਪੈਂਡਿੰਗ ਵੀ ਹੈਗੀ ਜਿਹੜੇ ਅੱਡ-ਅੱਡ ਪ੍ਰੋਗਰਾਮਾਂ 'ਚ ਖਰਚੇ ਕਰਨੇ ਆ। ਤਾਂ ਫਿਰ ਉਹਦੇ ਵਿੱਚ ਹੈ ਕਿ ਜਿਹੜੇ ਬੰਦੇ 2011 ਤੋਂ ਪਹਿਲਾਂ ਆਏ, 18 ਨਹੀਂ 11 ਆ ਉਹਦੇ 'ਚ, ਜਿਹੜੇ 11 ਤੋਂ ਪਹਿਲਾਂ ਆਏ ਉਹਨਾਂ ਨੂੰ ਵਰਕ ਪਰਮਿਟ 'ਤੇ ਜਿਹੜੀਆਂ ਪਰਮਿਸ਼ਨਾਂ ਦੇਣੀਆਂ ਨੇ 5-5 ਸਾਲ ਦੇ ਵਰਕ ਪਰਮਿਟ, 5-5 ਸਾਲ ਪਰਮਿਸ਼ਨ ਫਿਰ ਇੱਕ ਵਾਰ ਨਿਊ ਹੋਏਗੀ। ਜੇ ਉਹ ਰੱਖ ਕੇ ਪਾਸ ਹੁੰਦਾ ਹੈ ਤਾਂ ਫਿਰ ਉਹ ਲਾ ਬਣ ਸਕਦਾ। ਪਰ ਜੇ ਹਾਊਸ ਨੇ ਕਰਤਾ, ਸੈਨੇਟ ਨੇ ਹੁਣ ਪਤਾ ਨਹੀਂ ਕਦੋਂ ਟੇਕ ਅਪ ਇਹਨੂੰ ਕਰਨਾ। ਅਤੇ ਅੱਜ ਦਾ ਆਖਰੀ ਸਵਾਲ ਹੈ ਜੀ ਆਪਣਾ ਕਿ 2005 ਦੇ ਵਿੱਚ ਉਹ ਕਹਿੰਦੇ F4 ਦਾ ਜੂਨ 5 'ਚ ਅਪਲਾਈ ਕੀਤਾ ਸੀ, ਅਜੇ ਤੱਕ ਇੰਟਰਵਿਊ ਨਹੀਂ ਆਈ। ਉੱਥੇ 2 ਹੁਣ ਜਿਹੜਾ ਸਪਟੈਂਬਰ 15 ਚੱਲ ਰਿਹਾ 2005, ਪਰ ਅਜੇ ਤੱਕ ਜੂਨ ਜੁਲਾਈ ਕੀ ਜਿਨ੍ਹਾਂ ਨੇ ਜਨਵਰੀ ਫਰਵਰੀ ਦਾ ਅਪਲਾਈ ਕੀਤਾ 5 ਉਹਨਾਂ ਦੇ ਵੀ ਡੇਟਾ ਨਹੀਂ ਆਈਆਂ। ਸੋ ਤੁਹਾਨੂੰ ਇਹਦੀ ਵੇਟ ਹੀ ਕਰਨੀ ਪੈਣੀ ਆ। ਅਤੇ ਇਹ ਸੀ ਜੀ ਹੁਣ ਦੇ ਸਵਾਲ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਰ ਵੀ ਜਿਹੜੇ ਸਵਾਲ ਹੋਣਗੇ ਮੈਨੂੰ ਥੱਲੇ ਲਿਖ ਕੇ ਭੇਜੋ ਵੀਡੀਓ ਦੇ, ਤਾਂ ਮੈਂ ਅਗਲੇ ਹਫ਼ਤੇ ਤੁਹਾਨੂੰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.